ਨਮਸਕਾਰ। ਮੈਂ ਬਲਦੇਵ ਸਿੰਘ ਏਡਡ ਸਕੂਲ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਵੱਲੋਂ। ਸਾਥੀਓ, ਬਹੁਤ ਸਾਰੀ ਚਰਚਾ ਮੈਂ WhatsApp ਗਰੁੱਪਾਂ ਦੇ ਵਿੱਚ ਦੇਖੀ ਹੈ, ਜਿਹਦੇ 'ਚ ਲੋਕ ਕਹਿ ਰਹੇ ਹੈ ਕਿ ਬਈ ਸਾਨੂੰ ਇਕੱਠੇ ਹੋਣਾ ਚਾਹੀਦਾ, ਮੀਟਿੰਗ ਕਰਨੀ ਚਾਹੀਦੀ ਹੈ, ਪੇ ਕਮਿਸ਼ਨ ਦੀਆਂ ਡਿਮਾਂਡਸ ਪੂਰੀਆਂ ਨਹੀਂ ਹੋ ਰਹੀਆਂ, ਗ੍ਰਾਂਟਸ ਟਾਈਮ 'ਤੇ ਨਹੀਂ ਆ ਰਹੀਆਂ, ਸਕੂਲਾਂ ਦੀਆਂ ਸਮੱਸਿਆਵਾਂ ਹੈ, ਸਟਾਫ ਦੀ ਕਮੀ ਹੈ, ਬਹੁਤ ਸਾਰੀਆਂ ਸਮੱਸਿਆ। ਔਰ ਇਹਨਾਂ ਸਾਰੀਆਂ ਸਮੱਸਿਆਵਾਂ ਲਈ ਅਸੀਂ ਕਿਸੇ ਨਾ ਕਿਸੇ ਨੂੰ ਬਲੇਮ ਕਰ ਰਹੇ ਹਾਂ। ਉਹ ਫਲਾਨੀ ਯੂਨੀਅਨ ਨੇ ਇਸ ਤਰ੍ਹਾਂ ਕਰਤਾ, ਉਸ ਯੂਨੀਅਨ ਨੇ ਇਸ ਤਰ੍ਹਾਂ ਕਰਤਾ। ਸਾਥੀਓ, ਸਾਨੂੰ ਕਿਸੇ ਨੂੰ ਬਲੇਮ ਕਰਨ ਦੀ ਜ਼ਰੂਰਤ ਨਹੀਂ। ਐਕਚੁਅਲ 'ਚ ਅਸੀਂ ਬਹੁਤ ਘੱਟ ਹੈ, 2000 ਤੋਂ ਵੀ ਘੱਟ ਅਸੀਂ ਹੈਗੇ। ਜੇ ਅਸੀਂ ਬਲੇਮ ਕਰਕੇ ਹੀ ਆਪਣੇ ਆਪ ਨੂੰ ਸੈਟਿਸਫਾਈ ਕਰਨਾ ਹੈ ਤਾਂ ਸਾਨੂੰ ਆਪਣੇ ਆਪ ਨੂੰ ਧੋਖੇ 'ਚ ਰੱਖਣ ਤੋਂ ਵੱਧ ਕੁਝ ਹੋਰ ਨਹੀਂ ਹੈ। ਸਾਨੂੰ ਐਕਸ਼ਨ 'ਚ ਆਉਣਾ ਪਏਗਾ। ਐਕਸ਼ਨ 'ਚ ਆਉਣ ਦਾ ਮਤਲਬ ਕੀ ਹੈ ਕਿ ਸਾਡੇ ਕੋਲ ਕੁਝ ਇਸ ਤਰ੍ਹਾਂ ਦਾ ਪਲਾਨ ਜ਼ਰੂਰ ਹੋਣਾ ਚਾਹੀਦਾ ਜਿਸ ਦੇ ਤਹਿਤ ਅਸੀਂ ਕੁਝ ਵਰਕਿੰਗ ਕਰੀਏ, ਔਰ ਉਸ ਵਰਕਿੰਗ ਦਾ ਜਿਹੜਾ ਫਾਇਦਾ ਸਾਰੇ ਕਾਡਰ ਨੂੰ ਹੋਵੇ, ਪੂਰੇ ਸਿਸਟਮ ਨੂੰ ਹੋਵੇ। ਅਸੀਂ ਲੋਕ ਸਾਰੇ 20 ਸਾਲ ਤੋਂ ਉੱਪਰ ਸਰਵਿਸ ਕਰਨ ਵਾਲੇ ਬੰਦੇ, ਸਾਡਾ ਸਾਰਿਆਂ ਦਾ ਕਰੀਅਰ ਵੀ ਹੈ। ਬਹੁਤ ਸਾਰੇ ਲੋਕ 40 'ਚ ਰਿਟਾਇਰ ਹੋਣ ਵਾਲੇ ਹੈ, 30 ਤੋਂ ਬਾਅਦ ਰਿਟਾਇਰ ਹੋਣ ਵਾਲੇ ਤਾਂ ਬਹੁਤ ਹੀ ਸਾਰੇ ਹੈ, ਬਟ 40 ਵਾਲੇ ਵੀ ਕੁਝ ਬੰਦੇ ਹੈਗੇ ਜਿਨ੍ਹਾਂ ਨੂੰ ਮੈਂ ਜਾਣਦਾ। ਉਹਨਾਂ ਦੇ ਫਿਊਚਰ ਦਾ ਕੀ ਹੈ? ਕੀ ਇਹ ਸਕੂਲ ਸਾਡੇ 40 ਤੱਕ ਚੱਲਣਗੇ ਇਸ ਹਾਲਾਤ ਦੇ ਵਿੱਚ? ਬਿਲਕੁਲ ਨਹੀਂ ਚੱਲਣਗੇ। ਬਲਕਿ ਇਸ ਵੇਲੇ ਬਹੁਤ ਸਾਰੇ ਸਕੂਲ ਬੰਦ ਹੋਣ ਦੇ ਕਗਾਰ 'ਚ ਬੈਠੇ ਹੈ। ਜਿਨ੍ਹਾਂ ਸਕੂਲਾਂ ਦੇ ਵਿੱਚ 5-5, 7-7, 10-10 ਨਿਆਣੇ ਇੱਕ ਕਲਾਸ 'ਚ ਹੈਗੇ ਹੈ, ਉਹਨਾਂ ਦਾ ਹਾਲ ਦੇਖੋ। ਕਿਸੇ ਵੇਲੇ ਵੀ ਗ੍ਰਾਂਟ ਦੇ ਉੱਪਰ ਕੱਟ ਜਾਂ ਕਿਸੇ ਵੇਲੇ ਵੀ ਹੋਰ ਸਮੱਸਿਆਵਾਂ ਜਿਹੜੀਆਂ ਉਹਨਾਂ ਦੇ ਉੱਪਰ ਆ ਸਕਦੀਆਂ। ਮੈਨੇਜਮੈਂਟ ਸਕੂਲ ਬੰਦ ਕਰਨ ਨੂੰ ਬਿਲਕੁਲ ਤਿਆਰ ਬੈਠੀ ਹੈ। ਕੀ ਤੁਹਾਨੂੰ ਇਹਨਾਂ ਹਾਲਾਤਾਂ ਦੇ ਵਿੱਚ ਕੁਝ ਕਰਨਾ ਚਾਹੀਦਾ? ਅਸੀਂ ਵੇਟ ਐਂਡ ਵਾਚ ਕਰ ਰਹੇ ਹਾਂ, ਫਲਾਨਾ ਕਰੇਗਾ, ਢਿਮਕਾਨਾ ਕਰੇਗਾ, ਉਹ ਕਰੇਗਾ, ਉਹ ਯੂਨੀਅਨ ਇਲੈਕਸ਼ਨ ਕਰਵਾ ਲੇਗੀ, ਮੈਂ ਕਰਵਾ ਲੂੰਗਾ। ਸਾਥੀਓ, ਕਿਸੇ ਨੂੰ ਕੁਝ ਕਰਨ ਦੀ ਲੋੜ ਨਹੀਂ ਹੈ। ਮੈਂ 2017 ਦੇ ਵਿੱਚ ਇੱਕ ਯੂਨੀਅਨ ਖੜੀ ਕੀਤੀ ਸੀ। ਮੈਂ ਨਹੀਂ, ਬਲਕਿ ਅਸੀਂ ਕੁਝ ਗਰੁੱਪ ਆਫ ਪੀਪਲ, ਅਸੀਂ ਲੋਕਾਂ ਨੇ ਬਹੁਤ ਜ਼ਿਆਦਾ ਸੋਚ ਸਮਝ ਕੇ, ਮੀਟਿੰਗਾਂ ਕਰਕੇ, ਬਹੁਤ ਜ਼ਿਆਦਾ ਸੋਚ ਕੇ ਕਿ ਸਾਨੂੰ ਕੁਝ ਕਰਨਾ ਚਾਹੀਦਾ ਹੈ ਕਿ ਇਸ ਤਰ੍ਹਾਂ ਦਾ ਸਟਾਫ ਜਿਹੜਾ ਹੈ, ਜਿਹਦੀ ਸਰਵਿਸ ਬਹੁਤ ਲੰਬੀ ਹੈ, ਉਹ ਅੱਗੇ ਆਏ ਔਰ ਇਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਦੇਖੇ। ਔਰ ਅਸੀਂ ਉਸ ਵੇਲੇ ਰਿਅਲਾਈਜ਼ ਕੀਤਾ ਕਿ ਸਾਨੂੰ ਮਰਜਰ ਕਰਵਾ ਲੈਣਾ ਚਾਹੀਦਾ। ਅਸੀਂ ਮਰਜਰ ਵਾਸਤੇ ਇੱਕ ਮੁਹਿੰਮ ਚਾਲੂ ਕੀਤੀ, ਥੋੜ੍ਹਾ ਜਿਹਾ ਐਕਸ਼ਨ ਵੀ ਹੋਇਆ। ਔਰ ਉਹਦੇ ਬਾਅਦ ਅਸੀਂ ਇੱਕ ਪੁਆਇੰਟ 'ਤੇ ਥੋੜ੍ਹਾ ਰੁਕੇ ਵੀ, ਕਿਉਂਕਿ ਸਾਡੇ ਕੋਲ ਹੁਸ਼ਿਆਰਪੁਰ ਦਾ ਇੱਕ ਇਸ ਤਰ੍ਹਾਂ ਦਾ ਅਨਫੋਰਚੂਨੇਟ ਕੇਸ ਹੋ ਗਿਆ ਜਿਹਦੇ ਕਰਕੇ ਸਾਨੂੰ ਰੁਕਣ ਦੀ ਜ਼ਰੂਰਤ ਪਈ। ਪਰ ਇਹ ਅਲਟੀਮੇਟ ਨਹੀਂ ਹੈ। ਸਾਡੀਆਂ ਸਮੱਸਿਆਵਾਂ ਦਾ ਹੱਲ ਐਕਚੁਅਲ ਦੇ ਵਿੱਚ ਇੱਕੋ ਹੀ ਹੈ ਕਿ ਅਸੀਂ ਲੋਕ ਸਰਕਾਰੀ ਸਕੂਲਾਂ ਦੇ ਵਿੱਚ ਸ਼ਿਫਟ ਹੋ ਜਾਈਏ, ਜਿੰਨੇ ਵੀ ਬਚਦੇ ਆ, ਵਿਦ ਐਵਰੀਥਿੰਗ, ਮਤਲਬ ਜੋ ਆਪਣੇ ਕੋਲ ਪ੍ਰੈਜ਼ੈਂਟ ਕੇਸਿਸ ਦੇ ਵਿੱਚ ਜੋ ਵੀ ਸਾਡੇ ਕੋਲ ਬੈਨੀਫਿਟਸ ਹੈਗੇ। ਔਰ ਇਹ ਇੰਪੋਸੀਬਲ ਵੀ ਨਹੀਂ ਹੈਗਾ। ਅਸੀਂ ਬਹੁਤ ਸਾਰੀ ਚੀਜ਼ਾਂ ਨੈਗੋਸ਼ੀਏਟ ਕਰ ਸਕਦੇ ਹਾਂ, ਜਿਹੜੀਆਂ ਗੌਰਮੈਂਟ ਦੇ ਨਾਲ ਕਿਸੇ ਨਾ ਕਿਸੇ ਸਮੇਂ 'ਤੇ ਆ ਕੇ ਉਹਨਾਂ ਚੀਜ਼ਾਂ ਨਾਲ ਅਸੀਂ ਕਰ ਵੀ ਸਕਦੇ ਹਾਂ। ਫਿਲਹਾਲ ਕੀ ਹੈ ਕਿ ਅਸੀਂ ਇੱਕ ਬਹੁਤ ਵੱਡੀ ਸਮੱਸਿਆ ਦਾ ਫੇਸ ਕਰ ਰਹੇ ਹਾਂ। ਉਹ ਸਮੱਸਿਆ ਹੈ ਸਾਡੇ ਕੋਲ ਪੇ ਕਮਿਸ਼ਨ ਦੀ। ਗ੍ਰਾਂਟ ਟਾਈਮ 'ਤੇ ਨਹੀਂ ਆ ਰਹੀ, ਓਕੇ। ਪੇ ਕਮਿਸ਼ਨ ਸਾਨੂੰ ਨਹੀਂ ਮਿਲਣਾ ਜੇ ਅਸੀਂ ਇਸੇ ਤਰ੍ਹਾਂ ਚੱਲਦੇ ਰਹੇ। ਅਸੀਂ ਵੇਟ ਕਰ ਰਹੇ ਹਾਂ, ਯਾਰ ਕੋਈ ਇਲੈਕਸ਼ਨ ਕਰਵਾ ਲੂਗਾ, ਕੋਈ ਕੁਝ ਕਰ ਲੂਗਾ। ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਕਿਸੇ ਨੇ ਕੋਈ ਪੇ ਸਕੇਲ ਉਸ ਵੇਲੇ ਤੱਕ ਲੈ ਕੇ ਨਹੀਂ ਦੇਣਾ ਜਿਸ ਵੇਲੇ ਤੱਕ ਤੁਸੀਂ ਇਕੱਠੇ ਨਹੀਂ ਹੋਣਾ। ਮੇਰੀ ਸਾਰਿਆਂ ਨੂੰ, ਉਹਨਾਂ ਲੋਕਾਂ ਨੂੰ ਜਿਹੜੇ ਬੰਦੇ ਇਸ ਲਈ ਵਰਕਿੰਗ ਇੰਪਲੋਈਜ਼ ਹੈ, ਵੈਸੇ ਤਾਂ ਜਿਹੜੇ ਆਪਣੇ ਕੋਲ ਰਿਟਾਇਰ ਪਰਸਨ ਹੈ ਉਹਨਾਂ ਦੀਆਂ ਸਮੱਸਿਆਵਾਂ ਵੀ ਹੈ, ਬਟ ਜਿਹੜੇ ਇਸ ਵੇਲੇ ਵਰਕਿੰਗ ਹੈ, ਕਿਉਂਕਿ ਉਹ ਇਸ ਲਈ ਵਰਕਿੰਗ ਮੋਡ 'ਚ ਹੈਗੇ ਔਰ ਉਹ ਕੁਝ ਐਕਸ਼ਨ ਲੈ ਵੀ ਸਕਦੇ ਆ। ਵਰਕਿੰਗ ਇੰਪਲੋਈਜ਼ ਨੂੰ ਮੈਨੂੰ ਆਹਵਾਨ ਮੈਂ ਕਰਦਾ ਸਾਰਿਆਂ ਨੂੰ ਕਿ ਉਹ ਜਾਗਣ, ਆਪਣੀ ਇਸ ਨੀਂਦ ਤੋਂ ਜਾਗਣ, ਕਿਉਂਕਿ ਇੱਕ ਬੰਦਾ ਐਵਰੇਜ ਇਸ ਵੇਲੇ 30-40 ਹਜ਼ਾਰ ਰੁਪਇਆ ਘੱਟ ਲੈ ਰਿਹਾ ਸਰਕਾਰੀ ਇੰਪਲੋਈਜ਼ ਤੋਂ। ਤੁਹਾਨੂੰ ਇੰਨਾ ਜ਼ਿਆਦਾ ਸ਼ੌਕ ਹੈ ਵੀ ਤੁਸੀਂ ਇੰਨੀ ਘੱਟ ਸੈਲਰੀ ਦੇ ਉੱਪਰ ਵੀ ਖੁਸ਼ ਹੈ? ਮੈਨੂੰ ਬੜੀ ਹੈਰਾਨੀ ਹੋ ਰਹੀ ਹੈ ਇਸ ਚੀਜ਼ ਨੂੰ ਲੈ ਕੇ। ਤੁਹਾਡਾ ਜ਼ਮੀਰ ਜਾਗਦਾ ਕਿਉਂ ਨਹੀਂ? ਜਾਗਣਾ ਚਾਹੀਦਾ ਨਾ। ਮੇਰੇ ਵਿਚਾਰ ਦੇ ਨਾਲ ਇਮੀਡੀਏਟਲੀ ਇੱਕ ਮੀਟਿੰਗ ਹੋਣੀ ਚਾਹੀਦੀ ਹੈ, ਉਹ ਸਿਰਫ ਇੰਪਲੋਈਜ਼ ਦੀ ਮੀਟਿੰਗ। ਉਹਦੇ 'ਚ ਕੋਈ ਯੂਨੀਅਨ ਦਾ ਮਤਲਬ ਨਹੀਂ ਹੈ ਕੋਈ ਹਾਂ ਵੀ ਉਹ ਬੰਦਾ ਏਡਡ ਸਕੂਲ ਇੰਪਲੋਈਜ਼ ਐਸੋਸੀਏਸ਼ਨ ਦਾ ਮੈਂਬਰ ਹੈ ਜਾਂ ਨਹੀਂ ਹੈ, ਜਾਂ ਉਹ ਕਿਸੇ ਹੋਰ ਯੂਨੀਅਨ ਦਾ ਮੈਂਬਰ ਹੈ ਨਹੀਂ ਹੈ, ਇਸ ਤਰ੍ਹਾਂ ਦਾ ਕੋਈ ਨਹੀਂ। ਮੈਂ ਵੈਸੇ ਵੀ ਏਡਡ ਸਕੂਲ ਇੰਪਲੋਈਜ਼ ਐਸੋਸੀਏਸ਼ਨ ਨੂੰ ਰੀਸ਼ਫਲ ਵੀ ਕਰਨ ਦਾ ਸਾਡਾ ਇੱਕ ਪਲਾਨ ਹੈ ਕਿ ਅਸੀਂ ਉਹਨੂੰ ਥੋੜ੍ਹਾ ਜਿਹਾ ਵਾਈਡ ਕਰਨਾ, ਰੀਸ਼ਫਲ ਕਰਨਾ, ਉਹਦੇ 'ਚ ਵਰਕਿੰਗ ਇੰਪਲੋਈਜ਼ ਲੈ ਕੇ ਆਉਣੇ ਆ। ਔਰ ਅਸੀਂ ਗਰੁੱਪ ਆਫ ਪਰਸਨ ਦੀ ਡਿਊਟੀ ਲਗਾਵਾਂਗੇ ਕਿ ਉਹ DPA ਆਫਿਸ ਤੱਕ ਜਾਂ ਐਜੂਕੇਸ਼ਨ ਮਿਨਿਸਟਰ ਤੱਕ, ਐਜੂਕੇਸ਼ਨ ਸੈਕਟਰੀ ਤੱਕ ਜਿਹੜੀਆਂ ਸਾਡੀਆਂ ਸਮੱਸਿਆਵਾਂ 15 ਡੇਜ਼ ਦੇ ਪੀਰੀਓਡਿਕ, ਹਰ 15 ਡੇਜ਼ ਦੇ ਬਾਅਦ ਇੱਕ ਸਾਡਾ ਵਫਦ ਜਾਏ ਔਰ ਕਿਸੇ ਨੇ ਕਿਸੇ ਐਕਸ਼ਨ ਨੂੰ ਅੰਜਾਮ ਦੇ ਕੇ ਔਰ ਸਾਨੂੰ ਦੱਸਣ ਨੂੰ ਹੋਏ ਕਿ ਹਾਂ ਵੀ ਸਾਡੇ ਕਾਡਰ ਨੇ ਆਹ ਕੰਮ ਕੀਤਾ, ਸਾਡੇ ਕਾਡਰ ਨੂੰ ਕਿ ਆਹ ਅਸੀਂ ਕੰਮ ਕਰਕੇ ਆਏ ਹਾਂ, ਸਾਨੂੰ ਆਹ ਜਵਾਬ ਮਿਲਿਆ ਅਤੇ ਅਸੀਂ ਆਹ ਕੰਮ ਕਰਨ ਜਾ ਰਹੇ ਹਾਂ। ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠੇ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਵਿਦਿਨ 10 ਔਰ 15 ਡੇਜ਼, ਬਲਕਿ ਮੈਂ ਉਸ ਤੋਂ ਵੀ ਘੱਟ ਸਮਾਂ ਕਹੂੰਗਾ, ਇੱਕ ਮੀਟਿੰਗ ਜ਼ਰੂਰ ਕਰੋ ਕਿਸੇ ਵੀ ਸੈਂਟਰਲ ਪੁਆਇੰਟ ਦੇ ਉੱਪਰ। ਉਹਦੇ ਲਈ ਸੁਝਾਅ ਜ਼ਰੂਰ ਦਿਓ ਮੈਨੂੰ ਸਾਰੇ। ਜਿੰਨੀਆਂ ਵੀ ਮੇਰੀਆਂ ਭੈਣਾਂ, ਜਿੰਨੇ ਵੀ ਮੇਰੇ ਭਰਾ ਇਸ ਵੇਲੇ ਇਸ ਵੀਡੀਓ ਨੂੰ ਦੇਖ ਰਹੇ ਹੈ, ਉਹ ਪਲੀਜ਼ ਇਸ ਚੀਜ਼ ਦਾ ਸੁਝਾਅ ਦਿਓ ਕਿ ਸਾਨੂੰ ਉੱਠ ਕੇ ਆਉਣਾ ਚਾਹੀਦਾ। ਜੇ ਤਾਂ ਸਾਨੂੰ ਲੋੜ ਨਹੀਂ ਹੈ ਤੇ ਪਲੀਜ਼ ਆਪਣੇ ਘਰਾਂ 'ਚ ਜ਼ਰੂਰ ਸ਼ਾਂਤ ਹੋ ਕੇ ਬੈਠੋ। ਹਾਂ, ਜੇ ਸਾਨੂੰ ਲੋੜ ਹੈ, ਸਾਨੂੰ ਆਪਣੇ ਕਰੀਅਰ ਦੀ
चिंता है, क्योंकि जिहड़ा बंदा अज वर्किंग है कल उन्हें रिटायर भी होना, तो रिटायर बंदे दीयां भी समस्यावां होंदियां। ये जान के चलियो कि रिटायर साडियां समस्यावां मरदे दम तक खत्म नहीं होणियां। सानू किसी न किसी वर्किंग यूनियन दे नाल काम करना पैना है। तो मेरी एक सारिਆਂ ਨੂੰ गुजारिश है कि बहुत जल्दी एक मीटिंग ਲਈ ਹੁੰਗਾਰਾ ਭਰੋ। ਹੁੰਗਾਰੇ ਵਾਸਤੇ ਤੁਹਾਡੇ ਕੋਲ ਪਲੇਟਫਾਰਮਸ ਹੈਗੇ ਆ, ਤੁਸੀਂ WhatsApp ਗਰੁੱਪ ਦੇ ਉੱਪਰ ਆਪਣੀ ਰਾਏ ਦਿਓ। ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੀਟਿੰਗ ਨੂੰ ਬਹੁਤ ਜਲਦੀ ਕਰਨਾ ਚਾਹੁੰਦਾ ਤੁਹਾਡੇ ਸਾਰਿਆਂ ਦੇ ਨਾਲ, ਔਰ ਉਸ ਮੀਟਿੰਗ ਦੇ ਵਿੱਚ ਮੈਂ ਨਹੀਂ ਕੋਈ ਬੋਲੂੰਗਾ, ਤੁਸੀਂ ਸਾਰਿਆਂ ਨੇ ਆਪਣੇ ਸੁਝਾਅ ਦਿਓਗੇ। ਉਹਨਾਂ ਸੁਝਾਵਾਂ ਦੇ ਤਹਿਤ ਇੱਕ ਐਕਸ਼ਨ ਕਮੇਟੀ ਬਣੇਗੀ, ਔਰ ਉਹ ਐਕਸ਼ਨ ਕਮੇਟੀ ਕੰਮ ਕਰੇਗੀ, ਔਰ ਉਹ ਕਮੇਟੀ ਜਿਹੜੀ ਹੈ ਉਹ ਡਿਸਾਈਡ ਕਰੇਗੀ ਸਾਡਾ ਫਿਊਚਰ ਕੋਰਸ ਆਫ ਐਕਸ਼ਨ ਕੀ ਹੋਣਾ ਚਾਹੀਦਾ। ਉਹਦੇ 'ਚ ਤੁਸੀਂ ਵੀ ਹੋ ਸਕਦੇ ਹੋ। ਉਹਦੇ 'ਚ ਬਹੁਤ ਸਾਰੀਆਂ ਭੈਣਾਂ ਹੋਣਗੀਆਂ, ਬਹੁਤ ਸਾਰੇ ਮੇਲ ਮੈਂਬਰ ਵੀ ਹੋਣਗੇ ਜਿਹੜੇ ਇਸ ਚੀਜ਼ ਨੂੰ ਲੈ ਕੇ ਅੱਗੇ ਚੱਲਣਗੇ। ਸੋ ਇਹਨਾਂ ਸ਼ਬਦਾਂ ਦੇ ਨਾਲ ਔਰ ਬਹੁਤ ਸਾਰੇ ਲੋਕਾਂ ਤੋਂ ਮੈਂ ਆਸ ਕਰਦਾ ਕਿ ਤੁਸੀਂ ਮੇਰੇ ਇਸ ਸੁਝਾਅ ਨਾਲ ਸਹਿਮਤ ਹੋ ਕਿ ਤੁਸੀਂ ਇੱਕ ਵਾਰੀ ਆਪਣੇ ਘਰਾਂ 'ਚੋਂ ਨਿਕਲੋ, ਕਿਸੇ ਛੁੱਟੀ ਨੂੰ ਕੁਰਬਾਨ ਕਰੋ ਔਰ ਬਾਹਰ ਆਓ, ਚਾਹੇ ਉਹ ਸੈਕੰਡ ਸੈਟਰਡੇ ਕਿਉਂ ਨਾ ਹੋਏ, ਉਸ ਦਿਨ ਬਾਹਰ ਆਓ ਔਰ ਆਪਣੀ ਜਿਹੜੀ ਵੀ ਤੁਹਾਡੀ ਉਸ ਵੇਲੇ ਵਰਕਿੰਗ ਹੈ, ਆਪਣੇ ਜੋ ਵਰਕਿੰਗ ਸਟਾਫ ਜਿਹੜਾ ਹੈ ਉਸ ਨੂੰ ਐਕਸ਼ਨ ਮੋਡ 'ਚ ਆਏ ਔਰ ਉਸ ਚੀਜ਼ ਨੂੰ ਲੈ ਕੇ ਇੱਕ ਜਗ੍ਹਾ ਦੇ ਉੱਪਰ ਕੋਈ ਫੈਸਲਾ ਲੈਣ ਦੇ ਲਈ ਆਪਾਂ ਖੜੇ ਹੋਈਏ। ਸੋ ਇਹਨਾਂ ਸ਼ਬਦਾਂ ਦੇ ਨਾਲ ਧੰਨਵਾਦ ਬਹੁਤ ਸਾਰਾ। ਤੋ ਆਈ ਹੋਪ ਕਿ ਤੁਸੀਂ ਸਾਰੇ ਜਣੇ ਮੇਰੇ ਇਸ ਸੁਝਾਅ ਨਾਲ ਸਹਿਮਤ ਹੋਵੋਗੇ। ਜੇ ਸਹਿਮਤ ਹੈਗੇ ਤਾਂ ਜ਼ਰੂਰ ਸ਼ੇਅਰ ਕਰੋ, ਕਿਉਂਕਿ ਸਾਨੂੰ ਇਸ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਦਿਖਾਈ ਦੇ ਰਿਹਾ। ਬਹੁਤ ਬਹੁਤ ਸ਼ੁਕਰੀਆ।